Dear students of ninth class, today we shall learn the poem Open Thy Eyes and See Thy God. This poem is written by Rabindranath Tagore. So the poet says that God does not live in temples. ਕਵੀ ਕਹਿੰਦਾ ਹੈ ਕਿ ਪਰਮਾਤਮਾ ਟੈਂਪਲਸ ਯਾਨੀ ਕਿ ਮੰਦਰਾਂ ਦੇ ਵਿੱਚ ਨਹੀਂ ਰਹਿੰਦਾ. ਵੇਅਰ ਇਜ਼ ਹੀ ਟੂ ਬੀ ਫਾਊਂਡ ਦੈਨ, ਫਿਰ ਉਸ ਨੂੰ ਕਿੱਥੇ ਮਿਲਿਆ ਜਾ ਸਕਦਾ ਹੈ. ਸੋ ਆਓ ਆਪਾਂ ਹੁਣ ਪੋਇਮ ਪੜ੍ਹੀਏ. ਲੀਵ ਦਿਸ ਚੈਂਟਿੰਗ ਐਂਡ ਸਿੰਗਿੰਗ ਐਂਡ ਟੈਲਿੰਗ ਆਫ ਬੀਡਸ. ਸੋ ਕਵੀ ਕਹਿੰਦਾ ਹੈ ਕਿ ਇਹ ਜੋ ਚੈਂਟਿੰਗ ਹੈ, ਮੰਤਰਾਂ ਦਾ ਜਾਪ ਹੈ, ਜਾਂ ਗਾ ਕੇ ਭਜਨ ਗਾ ਕੇ, ਟੈਲਿੰਗ ਆਫ ਬੀਡਸ, ਟੈਲਿੰਗ ਆਫ ਬੀਡਸ ਮੀਨਸ ਮਾਲਾ ਫੇਰਨਾ, ਇਹ ਸਾਰਾ ਕੁਛ ਛੱਡ ਦਿਓ, ਇਹਦਾ ਕੋਈ ਵੀ ਫਾਇਦਾ ਨਹੀਂ ਹੈ. Whom dost thou worship in this lonely dark corner of a temple? Dust is the old word for does. Thou, you. ਸੋ ਕਵੀ ਕਹਿੰਦਾ ਹੈ ਕਿ ਡਾਰਕ ਕਾਰਨਰ ਦੇ ਵਿੱਚ, ਮੰਦਰ ਦੇ ਵਿੱਚ ਬੈਠ ਕੇ ਤੁਸੀਂ ਇਹ ਕਿਸ ਦੀ ਪੂਜਾ ਕਰ ਰਹੇ ਹੋ. ਵਰਸ਼ਿਪ ਮੀਨਸ ਪੂਜਾ ਕਰਨਾ. with doors all shut, ਦਰਵਾਜ਼ੇ ਬੰਦ ਕਰਕੇ. open thine eyes and see thy God is not before thee. ਉਹ ਕਹਿੰਦਾ ਕਿ ਆਪਣੀਆਂ ਅੱਖਾਂ ਖੋਲੋ. thine, yours, the old word ਹੈ yours, and see thy God is not before thee. Thee means you, thy means your. ਉਹ ਕਹਿੰਦਾ ਕਿ ਆਪਣੀਆਂ ਅੱਖਾਂ ਖੋਲੋ ਅਤੇ ਦੇਖੋ ਕਿ ਤੁਹਾਡਾ ਪਰਮਾਤਮਾ ਤੁਹਾਡੇ ਸਾਹਮਣੇ ਬਿਲਕੁਲ ਨਹੀਂ ਹੈ. ਹੁਣ ਪਰਮਾਤਮਾ ਕਿੱਥੇ ਹੈ? He is there where the tiller is tilling the hard ground and where the pathmaker is breaking stones. ਪਰਮਾਤਮਾ ਉਸ ਜਗ੍ਹਾ 'ਤੇ ਹੈ ਜਿੱਥੇ ਇੱਕ ਹਲ ਚਲਾਉਣ ਵਾਲਾ ਕਿਸਾਨ ਜ਼ਮੀਨ ਨੂੰ ਬੋ ਰਿਹਾ ਹੈ ਤਾਂ ਕਿ ਬੀਜ ਬੀਜਿਆ ਜਾ ਸਕੇ. ਠੀਕ ਹੈ. ਐਂਡ ਵੇਅਰ ਦਾ ਪਾਥ ਮੇਕਰ ਇਜ਼ ਬ੍ਰੇਕਿੰਗ ਸਟੋਨਸ, ਔਰ ਜਿੱਥੇ ਰੋਡ ਬਣਾਉਣ ਵਾਸਤੇ, ਰੋਡ ਬਣਾਉਣ ਵਾਲਾ, ਪਾਥ ਮੇਕਰ ਮੀਨਸ ਪਾਥ ਰੋਡ ਮੇਕਰ, ਪਾਥ ਮੇਕਰ ਰੋਡ ਬਣਾਉਣ ਵਾਲਾ, ਬ੍ਰੇਕਿੰਗ ਸਟੋਨਸ ਪੱਥਰਾਂ ਨੂੰ ਤੋੜ ਰਿਹਾ ਹੈ ਤਾਂ ਕਿ ਰਸਤਾ ਬਣਾਇਆ ਜਾ ਸਕੇ. ਹੀ ਇਜ਼ ਵਿਦ ਦੈਮ ਇਨ ਸਨ ਐਂਡ ਇਨ ਸ਼ਾਵਰ. ਧੁੱਪ ਹੋਵੇ, ਬਾਰਿਸ਼ ਆ ਜਾਵੇ, ਪਰਮਾਤਮਾ ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਹੈ. ਹਿਜ਼ ਗਾਰਮੈਂਟ ਇਜ਼ ਕਵਰਡ ਵਿਦ ਡਸਟ. ਹਿਜ਼ ਦੀ ਐਚ ਵੱਡੀ ਹੈ, ਇਟ ਮੀਨਸ ਇਹ ਗੋਡ ਵਾਸਤੇ ਹੈ. ਪਰਮਾਤਮਾ ਦੇ ਕੱਪੜੇ ਹਮੇਸ਼ਾ ਡਸਟ ਦੇ ਨਾਲ ਲਿਬੜੇ ਰਹਿੰਦੇ ਹਨ. ਪੁੱਟ ਆਫ, ਉਤਾਰ ਦਿਓ. ਦਾਈ ਹੋਲੀ ਮੈਂਟਲ, ਆਪਣੇ ਜੋ ਤੁਸੀਂ ਪਵਿੱਤਰ ਕੱਪੜੇ ਹੈ. ਹੋਲੀ ਮੈਂਟਲ ਮੀਨਸ ਪਵਿੱਤਰ ਕੱਪੜੇ. ਕਹਿਣ ਦਾ ਮਤਲਬ ਕਿ ਜਿਹੜੇ ਜੋ ਵੀ ਬਾਬੇ ਜਾਂ ਆਪਣੇ ਪੁਜਾਰੀ ਹੁੰਦੇ ਹਨ, ਉਹ ਜਿਹੜੇ ਭਗਵੇਂ ਰੰਗ ਦੇ ਕੱਪੜੇ ਪਾਉਂਦੇ ਹਨ, ਸਫੇਦ ਕੱਪੜੇ ਪਾਉਂਦੇ ਹਨ. ਸੋ ਕਵੀ ਰਵਿੰਦਰਨਾਥ ਟੈਗੋਰ ਉਹਨਾਂ ਨੂੰ ਕਹਿ ਰਿਹਾ ਹੈ, ਸੰਬੋਧਨ ਕਰ ਰਿਹਾ ਹੈ ਕਿ ਆਪਣੇ ਇਹ ਜਿਹੜੇ ਪਵਿੱਤਰ ਕੱਪੜੇ ਹਨ ਇਹਨਾਂ ਨੂੰ ਉਤਾਰ ਦਿਓ. ਪੁੱਟ ਆਫ. ਐਂਡ ਈਵਨ ਲਾਈਕ ਹਿਮ ਕਮ ਡਾਊਨ ਔਨ ਦਾ ਡਸਟੀ ਸੋਇਲ. ਲਾਈਕ ਹਿਮ, ਉਸਦੇ ਵਾਂਗ, ਯਾਨੀ ਕਿ ਪਰਮਾਤਮਾ ਦੇ ਵਾਂਗ ਇਸ ਡਸਟ ਭਰੀ ਸੋਇਲ, ਜ਼ਮੀਨ ਦੇ ਉੱਪਰ ਆਓ. ਮਤਲਬ ਮਿਹਨਤ ਕਰੋ, ਕਿਉਂਕਿ ਮਿਹਨਤ ਦੇ ਨਾਲ ਹੀ ਪਰਮਾਤਮਾ ਮਿਲਦਾ ਹੈ. ਡਿਲੀਵਰੈਂਸ, ਡਿਲੀਵਰੈਂਸ ਮੀਨਸ ਮੁਕਤੀ ਹੁੰਦਾ ਹੈ ਵੈਸੇ, ਜੀਵਨ ਔਰ ਮਰਨ ਤੋਂ ਮੁਕਤੀ. ਕਵੀ ਕਹਿੰਦਾ ਵੇਅਰ ਇਜ਼ ਦਿਸ ਡਿਲੀਵਰੈਂਸ ਟੂ ਬੀ ਫਾਊਂਡ. ਇਹ ਮੁਕਤੀ ਕਿੱਥੋਂ ਮਿਲਦੀ ਹੈ? ਔਰ ਮਾਸਟਰ ਹਿਮਸੈਲਫ ਹੈਜ਼ ਜੋਇਫੁਲੀ ਟੇਕਨ ਅਪੌਨ ਹਿਮ ਦ ਬੌਂਡਸ ਆਫ ਕ੍ਰੀਏਸ਼ਨ. ਪਰਮਾਤਮਾ ਨੇ ਖੁਦ ਤੇ ਸ੍ਰਿਸ਼ਟੀ ਨੂੰ ਸਿਰਜਿਆ ਹੈ, ਕ੍ਰੀਏਟ ਕੀਤਾ ਹੈ. He is bound with us all forever. ਉਹ ਤੇ ਹਮੇਸ਼ਾ ਸਾਡੇ ਨਾਲ ਹੈ. ਇਸ ਕਰਕੇ ਇਸ ਮੁਕਤੀ ਦਾ ਸਵਾਲ ਪੈਦਾ ਨਹੀਂ ਹੁੰਦਾ. ਸੋ ਇਹ ਕਵੀ ਦੇ ਮੁਤਾਬਿਕ ਹੈ. ਨੈਕਸਟ ਸਟੈਂਜ਼ਾ. Come out of thy meditations
ਸੋ ਕਵੀ ਕਹਿ ਰਿਹਾ ਹੈ ਕਿ ਆਪਣੀ ਮੈਡੀਟੇਸ਼ਨ ਦੇ ਵਿੱਚੋਂ ਬਾਹਰ ਆਓ। ਮੈਡੀਟੇਸ਼ਨ ਮੀਨਸ ਜੋ ਧਿਆਨ ਲਗਾਉਂਦੇ ਹਨ। ਐਂਡ ਲੀਵ ਅਸਾਈਡ ਦਾਈ ਫਲਾਵਰਸ ਐਂਡ ਇਨਸੈਂਸ, ਇਹਨਾਂ ਫੁੱਲਾਂ ਨੂੰ ਅਤੇ ਧੂਫ ਬੱਤੀ ਨੂੰ ਲੀਵ ਅਸਾਈਡ ਮੀਨਸ ਸਾਈਡ 'ਤੇ ਰੱਖ ਦਿਓ। What harm is there if thy clothes become tattered and stained? ਇਸ ਦੇ ਵਿੱਚ ਕੀ ਨੁਕਸਾਨ ਹੈ ਕਿ ਜੇਕਰ ਤੁਹਾਡੇ ਕੱਪੜੇ ਟੈਟਰਡ ਮੀਨਸ ਫਟ ਜਾਣ ਜਾਂ ਸਟੇਨਡ ਉਹਨਾਂ ਨੂੰ ਦਾਗ ਲੱਗ ਜਾਵੇ। ਦੇਖੋ ਜਿਹੜੇ ਗਰੀਬ ਬੰਦੇ ਜਾਂ ਮਜ਼ਦੂਰ ਕੰਮ ਕਰਦੇ ਹਨ ਉਹਨਾਂ ਦੇ ਕੱਪੜੇ ਫਟ ਜਾਂਦੇ ਹਨ ਜਾਂ ਦਾਗ ਲੱਗ ਜਾਂਦੇ ਹਨ ਮਿੱਟੀ ਘੱਟੇ ਦੇ। ਉਹ ਕਹਿੰਦਾ ਹੈ, ਕਵੀ ਕਹਿੰਦਾ ਹੈ ਕਿ ਇਸ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੈ। ਮੀਟ ਹਿਮ ਐਂਡ ਸਟੈਂਡ ਬਾਈ ਹਿਮ ਇਨ ਟੋਇਲ ਐਂਡ ਇਨ ਦਾ ਸਵੈਟ ਆਫ ਦਾਈ ਬਰੋ। ਸੋ ਪਰਮਾਤਮਾ ਨੂੰ ਮਿਹਨਤ ਕਰਕੇ ਮਿਲਿਆ ਜਾ ਸਕਦਾ ਹੈ। ਜੇਕਰ ਤੁਹਾਡੀ ਬਰੋ ਮੱਥੇ ਦੇ ਉੱਪਰ ਗਰਮੀ ਆਉਂਦੀ ਹੈ, that is the best way to meet your God। ਸੋ ਇਹ ਸੀਗੀ ਸਾਡੀ ਪੋਇਮ। ਥੈਂਕ ਯੂ ਵੈਰੀ ਮੱਚ।